मारू महला पहला। मारू राग दे विच पहले पातशाह धन धन श्री गुरु नानक देव साहब जी महाराज तीसरा 16 शब्द उचारण कर रहे हैं। दूजी दुरमता अन्नी बोली। पहली है गुरमत ते दूजी है दुरमत खोटी मत। इस को संगत करके जीव रूप इस्त्री प्रतख नेत्र हुंदिया में विवेक वैराग मन बदरूप नेत्रां दे विच विचार रूप निगाह तो बिना अन्नी है अते प्रतख कन हुंदिया शरधा ते विश्वास रूप कन्ना तो बिना बोली हो रही है। काम क्रोध की कच्ची चोली। काम क्रोध आदि विकारां दी कच्ची चोली पहनी हुई है या काम क्रोध आदि विकारां दी ग्रसी हुई बुद्ध देह रूप चोली कच्चे पासे ही लग रही है। घर वार सहज न जान छोहरा। यह जीव रूप अज्ञात अवस्था वाली स्त्री अपने हृदय विच वसदे पति परमेश्वर नो सुभाविक ही नहीं जानदी। बिन पिर नींद न पाई है। ताही इसने पति परमेश्वर दी साक्षात्ता तो बिना शांति समाधि एकाग्रता रूपी नींद नहीं पाई है। अंतर अगन जल पड़कारे। इस दे अंदर तृष्णा रूपी अग पड़ पड़ अगन सागर दे लहरी पड़ दजे मनमुखता है। पड़ पड़ शब्द कर दी हुई पट की तरह जल बल रही है। मनमुख तक्के कुंडा चारे। मनमुख पुरुष चारे दिशावां दे पदार्थां नूं प्राप्त करन लई तकदा रहिंदा है। बिन सतगुर सेवे क्यों सुख पाईया। सतगुरु साहिब जी दी सेवा टहल कीती तो बिना किवें सुख प्राप्त कर सकीदा है। भाव नहीं प्राप्त हो सकता। साचे हाथ बड़ाई है। ये तो सच्चे परमेश्वर दे हथ दे विच ही वडियाई है। भाव वो कृपा करे ताही गुरु दी सेवा प्राप्त होंदी है। काम क्रोध अहंकार निवारे। काम क्रोध अहंकार नूं निवृत्त करे। 10 कर पंच शब्द संगारे। 5 काम क्रोध लोभ मोह अहंकार रूपी जोर गुरु दे उपदेश नाल मारना करे। ज्ञान खड़गल मन स्यों लूजा। ज्ञान रूपी खंडा लेके इस मन दे नाल झगड़ न करे। मन सा मन है समाई है। इस नाल वासनावां या मनसा बुद्धि दे अंदरली चतुरता मन दे विच ही समा जांदी है। माँ की रगत पिता बिद तारा। ये परमात्मा मां दी रत अते पिता दे बीरज दी बूंद नूं धारण करके रख करके मूरत सूरत कर आपारा। हे बेअंत परमात्मा तू इन्हां मलीन अंशां तो बहुत ही सुंदर शक्ल अति आकार रूप नूं बनाउणा कीता है। जोत दात जिति सब तेरी। हे परमात्मा जितनी भी बुद्धि के अंदर जोत मतलब ज्ञात है अति ब्रह्म विद्या जा साधक दी दात बख्शिश है ये सब
तेरी ही दिती हुई है। तू करता सब ठाई है। ਤੂੰ ਸਭ ਸੰਸਾਰ ਦਾ ਕਰਤਾ ਰਚਨਹਾਰ ਅਤੇ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਹੈ। ਤੁਝ ਹੀ ਕੀਆ ਜੰਮਣ ਮਰਣਾ। ਇਹ ਪਰਮਾਤਮਾ ਤੂੰ ਹੀ ਫਿਰ ਸੰਸਾਰ ਵਿੱਚ ਜੀਵਾਂ ਦਾ ਜੰਮਣਾ ਅਤੇ ਮਰਨਾ ਬਣਾਉਣਾ ਕੀਤਾ ਹੈ। ਗੁਰ ਤੇ ਸਮਝ ਪੜੀ ਕਿਉਂ ਡਰਣਾ। ਇਹ ਸਮਝ ਗੁਰੂ ਤੋਂ ਹੀ ਪ੍ਰਾਪਤ ਹੋਈ ਹੈ ਕਿ ਸਭ ਕੁਝ ਤੂੰ ਹੀ ਰਚਨਾ ਕੀਤਾ ਹੈ, ਫਿਰ ਹੁਣ ਅਸੀਂ ਡਰਨਾ ਕੀ ਹੈ। ਤੂੰ ਦਿਆਲ ਦਇਆ ਕਰ ਦੇਖਾ ਹੈ। ਇਹ ਪ੍ਰਮਾਤਮਾ ਤੂੰ ਦਇਆ ਦਾ ਘਰ ਹੈ। ਜਿਸ ਮਨੁੱਖ ਵੱਲ ਤੂੰ ਆਪਣੀ ਦਇਆ ਮਿਹਰ ਦੀ ਦ੍ਰਿਸ਼ਟੀ ਕਰਕੇ ਵੇਖਦਾ ਹੈ। ਦੁੱਖ ਦਰਦ ਸਰੀਰ ਹੋ ਜਾਈ ਹੈ। ਉਸ ਦਾ ਜੰਮਣ ਮਰਨ ਦਾ ਦੁੱਖ ਅਵਿਧੀ ਆਦਿਕ ਦੀ ਪੀੜਾ ਸਰੀਰ ਦੇ ਵਿੱਚੋਂ ਚਲੀ ਜਾਂਦੀ ਹੈ। ਨਿਜ ਕਰ ਬੈਸ ਰਹੇ ਭਉ ਖਾਇਆ। ਜਿਨ੍ਹਾਂ ਨੇ ਤੇਰੇ ਭੈ ਨੂੰ ਖਾਣਾ ਕੀਤਾ ਮਤਲਬ ਧਾਰਨ ਕੀਤਾ ਹੈ, ਉਹ ਆਪਣੇ ਸਰੂਪ ਰੂਪੀ ਘਰ ਵਿੱਚ ਜਾਂ ਸਤ ਸੰਗਤ ਤੁਰਿਆ ਪਦ ਰੂਪ ਘਰ ਦੇ ਵਿੱਚ ਅੰਤਰਮੁਖ ਬਿਰਤੀ ਕਰਕੇ ਬੈਠੇ ਰਹਿੰਦੇ ਹਨ। ਤਾਵਤ ਰਾਖੇ ਠਾਕੁਰ ਹਾਇਆ। ਉਹਨਾਂ ਨੇ ਵਿਸ਼ਿਆਂ ਦੇ ਵੱਲ ਦੌੜਦੇ ਇੰਦਰੀਆਂ ਨੂੰ ਕਾਬੂ ਕਰਕੇ ਰੱਖ ਲਿਆ ਹੈ ਅਤੇ ਆਪਣੇ ਮਨ ਨੂੰ ਸਕੰਪਾਂ ਵਿਕਲਪਾਂ ਵੱਲ ਦੌੜਦੇ ਹੋਏ ਨੂੰ ਰੋਕ ਕੇ ਰੱਖ ਲਿਆ ਹੈ। ਕਮਲ ਬੇਗਾਸ ਹਰੀ ਸਰ ਸੁਭਰ। ਉਹਨਾਂ ਦਾ ਅੰਤःਕਰਨ ਰੂਪੀ ਸਰੋਵਰ ਨਾਮ ਰੂਪ ਪਾਣੀ ਦੇ ਨਾਲ ਲਬਾਲਬ ਭਰਿਆ ਰਹਿੰਦਾ ਹੈ। ਆਤਮ ਰਾਮ ਸਖਾਈ ਹੈ। ਜਿਸ ਵਿੱਚ ਸ਼ੁਭ ਗੁਣਾ ਰੂਪੀ ਕਮਲ ਖੇਡ ਆਏ ਨੇ ਅਤੇ ਆਨੰਦ ਨਾਲ ਹਰੇ ਭਰੇ ਹੋਏ ਨੇ। ਇਹ ਆਪਣਾ ਰੂਪ ਰਾਮ ਪਰਮਾਤਮਾ ਤੂੰ ਉਹਨਾਂ ਦਾ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਮਰਨ ਲਖਾਏ ਮੰਡਲ ਮਹਿਆਏ। ਸਭ ਜੀਵ ਆਪਣਾ ਮੌਤ ਦਾ ਪਰਵਾਨਾ ਲਿਖਾ ਕੇ ਹੀ ਇਹ ਸੰਸਾਰ ਦੇ ਵਿੱਚ ਆਏ ਹਨ। ਕਿਉ ਰਹੀਐ ਚਲਣਾ ਪਰਥਾਏ। ਫਿਰ ਇੱਥੇ ਅਚਲ ਹੋ ਕੇ ਕਿਵੇਂ ਰਹਿ ਸਕਾਂਗੇ, ਭਾਵ ਨਹੀਂ ਰਹਿ ਸਕਾਂਗੇ। ਅੰਤ ਨੂੰ ਪਰਾਏ ਥਾਂ ਪਾਰ ਪਰਲੋਕ ਦੇ ਵਿੱਚ ਜਾਣਾ ਹੀ ਪੈਣਾ ਹੈ। ਸੱਚਾ ਅਮਰ ਸੱਚੇ ਅਮਰਾਪੁਰ। ਪਰਮੇਸ਼ਰ ਦਾ ਸੱਚਾ ਹੁਕਮ ਹੈ ਜੋ ਉਸ ਦੇ ਸੱਚੇ ਹੁਕਮ ਦੇ ਵਿੱਚ ਪੂਰਨ ਤੌਰ ਤੇ ਜੁੜੇ ਹੋਏ ਹਨ। ਇਸੇ ਪ੍ਰਕਾਰ ਸੱਚਾ ਅਮਰ ਸੱਚੇ ਅਮਰਾਪੁਰ। ਸੱਚਾ ਹੁਕਮ ਮੰਨਣ ਵਾਲੇ ਮੌਤ ਤੋਂ ਰਹਿਤ ਪੁਰੀ ਭਾਵ ਅਚਲ ਪਦਵੀ ਵਿੱਚ ਪਹੁੰਚ ਕੇ ਸੱਚੇ ਦਾ ਸਰੂਪ ਹੋ ਜਾਂਦੇ ਹਨ। ਸੋ ਸੱਚ ਮਿਲੈ ਵਡਾਈ ਹੈ। ਉਹ ਸੱਚ ਸਰੂਪ ਦੇ ਵਿੱਚ ਮਿਲ ਜਾਂਦੇ ਨੇ ਜਾਂ ਸੱਚਾ ਨਾਮ ਜਪਣ ਵਾਲਿਆਂ ਨੂੰ ਸੱਚ ਸਰੂਪ ਦੀ ਪ੍ਰਾਪਤੀ ਰੂਪ ਸ਼ੋਭਾ ਵਡਿਆਈ ਮਿਲਦੀ ਹੈ। ਆਪ ਉਪਾਇਆ ਜਗਤ ਸੁਭਾਇਆ। ਇਹ ਸਾਰਾ ਸੰਸਾਰ ਸੱਚੇ ਪ੍ਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ। ਜਿਨ ਸਿਰਿਆ ਤਿਨ ਧੰਦਾ ਲਾਇਆ। ਜਿਸ ਪਰਮੇਸ਼ਰ ਨੇ ਸਿਰਜਿਆ ਮਤਲਬ ਰਚਨਾ ਕੀਤਾ ਹੈ, ਤਿਸ ਨੇ ਹੀ ਜੀਵਨ ਦੀ ਵਾਸ਼ਨਾ ਦੇ ਅਨੁਸਾਰ ਕੰਮਾਂ ਕਾਰਾਂ ਦੇ ਵਿੱਚ ਲਾਇਆ ਹੈ। ਸੱਚਾ ਉਪਰ ਅਵਰਨ ਦਿਸੈ। ਸੱਚੇ ਪਰਮੇਸ਼ਰ ਦੇ ਉੱਪਰ ਹੋਰ ਕੋਈ ਵੀ ਸਮਰੱਥ ਨਹੀਂ ਦਿਸਦਾ। ਸਾਚੇ ਕੀਮਤ ਪਾਈ ਹੈ। ਸੱਚੇ ਪਰਮਾਤਮਾ ਨੇ ਆਪ ਹੀ ਸੰਸਾਰ ਦੀ ਪੁੰਨ ਪਾਪ ਆਦਿਕ ਦੀ ਕੀਮਤ
ਪਾਈ ਹੈ। ਇੱਥੇ ਗੋਇਲੜਾ ਦਿਨ ਚਾਰੇ। ਜੀਵ ਇਸ ਸੰਸਾਰ ਦੇ ਵਿੱਚ ਗੋਇਲ ਨਿਵਾਸ ਦੀ ਤਰ੍ਹਾਂ 4 ਕੁ ਹੀ ਦਿਨ ਦਾ ਵਾਸੀ ਹੈ। ਭਾਵ ਜਦੋਂ ਕਿਤੇ ਔੜ ਲੱਗ ਜਾਂਦੀ ਹੈ, ਭਾਵ ਕਾਲ ਪੈ ਜਾਂਦਾ, ਤਾਂ ਗਾਈਆਂ ਚਾਰਨ ਵਾਲੇ ਗਵਾਲੇ ਆਪਣੇ ਪਸ਼ੂ ਆਦਿਕ ਲੈ ਕੇ ਦਰਿਆਵਾਂ ਆਦਿਕ ਪਾਣੀ ਵਾਲੇ ਅਸਥਾਨਾਂ ਦੇ ਕਿਨਾਰਿਆਂ ਉੱਪਰ ਮਾਲ ਡੰਗਰ ਚਾਰਨ ਲਈ ਕੁਝ ਸਮਾਂ ਬਤੀਤ ਕਰਨ ਲਈ ਚਲੇ ਜਾਂਦੇ ਨੇ। ਜਿਤਨਾ ਚਿਰ ਵਰਖਾ ਨਹੀਂ ਹੁੰਦੀ ਉਤਨਾ ਚਿਰ ਉਹ ਗਾਈਆਂ ਨੂੰ ਦਰਿਆਵਾਂ ਕਿਨਾਰੇ ਘਾਹ ਆਦਿਕ ਚਾਰਦੇ ਨੇ। ਜੇਕਰ ਉੱਥੇ ਮਿਹਰ ਕਰਕੇ ਬੈਠ ਜਾਣ ਤਾਂ ਕੌਣ ਰਹਿਣ ਦੇਵੇਗਾ? ਇੱਕ ਦਿਨ ਤਾਂ ਉੱਥੋਂ ਜਾਣਾ ਹੀ ਪਵੇਗਾ। ਇਸੇ ਪ੍ਰਕਾਰ ਪਾਤਸ਼ਾਹ ਫਰਮਾਉਂਦੇ ਨੇ, ਸ੍ਰੀ ਰਾਗ ਮਹੱਲਾ ਪਹਿਲਾ। ਗੋਇਲ ਆਇਆ ਗੋਇਲੀ ਕਿਆ ਤਿਸ ਡੰਭ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਹਰ ਗੁਣ ਗਾਓ ਮਨ ਸਤਿਗੁਰ ਨਾਲ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਇਉਂ ਇਹ ਸੂਖਮ ਸਥੂਲ ਤੇ ਕਾਰਨ ਦੇਹਾਂ ਰੂਪ ਗਾਈਆਂ ਨੂੰ ਜੀਵ ਆਤਮਾ ਰੂਪ ਗਵਾਲਾ ਸੰਸਾਰ ਰੂਪ ਦਰਿਆ ਵਿੱਚ ਲੈ ਕੇ ਆਇਆ ਹੈ। ਕਾਲ ਰੂਪੀ ਮੀਂਹ ਪੈਣ ਤੋਂ ਸਭ ਨੇ ਚਲੇ ਹੀ ਜਾਣਾ ਹੈ। ਭਾਵ ਇੱਥੇ ਪੱਕਾ ਮੁਕਾਮ ਕਿਸੇ ਦਾ ਵੀ ਨਹੀਂ ਹੈ। ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵੱਧ ਹੋ, ਲਾਗ ਰਹੋ ਨਾਮੇ ਰਹਾਓ। 4 ਦਿਨ ਆਪਣੀ ਨੌਬਤ ਚਲੇ ਬਜਾਏ, ਇਤਨ ਕੋ ਗਠੀਆ ਖਟੀਆ ਮਠੀਆ ਸੰਗ ਨਾ ਕਸ਼ ਲੈ ਜਾਏ। 4 ਦਿਨਾਂ ਦੀ ਜ਼ਿੰਦਗੀ ਹੈ। ਖੇਲ ਤਮਾਸ਼ਾ ਧੁੰਦੁਕਾਰੇ। ਇਸ ਖੇਲ ਤੇ ਤਮਾਸ਼ਾ ਰੂਪ ਜਗਤ ਵਿੱਚ ਅਗਿਆਨ ਦਾ ਹਨੇਰਾ ਛਾਇਆ ਹੋਇਆ ਹੈ। ਜਾਂ ਪਰਮਾਤਮਾ ਇਹ ਤਮਾਸ਼ਾ ਰੂਪ ਜਗਤ ਬਣਾ ਕੇ ਜਦੋਂ ਖੇਲ ਖਿੰਡਾ ਦਿੰਦਾ ਹੈ, ਉਦੋਂ ਸਭ ਪਾਸੇ ਹਨੇਰਾ ਹੀ ਹਨੇਰਾ ਛਾ ਜਾਂਦਾ। ਭਾਵ ਸੂਰਜ ਚੰਦਰਮਾ ਆਦਿਕ ਕੁਝ ਵੀ ਨਹੀਂ ਰਹਿੰਦੇ ਹਨ। ਬਾਜੀ ਖੇਲ ਗਾਏ ਬਾਜੀਗਰ। ਖੇਡਾਂ ਕਰਨ ਵਾਲੇ ਜਿਹੜੇ ਜੀਵ ਇਸ ਸੰਸਾਰ ਰੂਪ ਖੇਲ ਵਿੱਚ ਪੈ ਕੇ ਆਪਣੀ ਜਾਗਰਤ ਸੁਪਨ ਸਖੋਪਤ ਦੀ ਬਾਜੀ ਖੇਡ ਕੇ ਚਲੇ ਗਏ ਹਨ। ਜੋ ਨੈਸਾ ਸੁਪਨ ਪਖਲਾਈ ਹੈ। ਜਿਵੇਂ ਰਾਤ ਨੂੰ ਸੁਪਨੇ ਦੇ ਵਿੱਚ ਬਰੜਾਉਂਦਾ ਹੈ, ਅਰਥਾਤ ਜੀਵ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਸੰਸਾਰ ਰੂਪ ਸੁਪਨੇ ਵਿੱਚ ਪਖਲਾਉਂਦੇ ਭਟਕਦੇ ਰਹਿੰਦੇ ਹਨ। ਤੈਨ ਕੋ ਤਖਤ ਮਿਲੀ ਵਡਿਆਈ। ਤਿੰਨਾਂ ਪੁਰਖਾਂ ਨੂੰ ਹੀ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਰੂਪ ਵਡਿਆਈ ਮਿਲੀ ਹੈ। ਨਿਰਭਉ ਮਨ ਵਸਿਆਲ ਵਲਾਈ। ਜਿਨ੍ਹਾਂ ਦੇ ਹਿਰਦੇ ਵਿੱਚ ਭੈ ਤੋਂ ਰਹਿਤ ਪਰਮਾਤਮਾ ਵਸ ਜਾਂਦਾ ਹੈ ਅਤੇ ਜਿਨ੍ਹਾਂ ਨੇ ਹਰੀ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਇਆ ਹੋਇਆ ਹੈ। ਖੰਡੀ ਬ੍ਰਹਮੰਡੀ ਪਾਤਾਲੀ ਪੁਰਈ। 9 ਖੰਡਾਂ ਬ੍ਰਹਮੰਡਾਂ ਪਤਾਲਾਂ ਅਤੇ ਛੇ ਵਿਸ਼ਨ ਆਦਿਕ ਪੁਰੀਆਂ ਦੇ ਵਿੱਚ ਤ੍ਰਿਭਵਨ ਤਾੜੀ ਲਾਈ ਹੈ। ਅਤੇ ਤਿੰਨਾਂ ਲੋਕਾਂ ਵਿੱਚ ਉਸ ਪਰਮਾਤਮਾ ਨੇ ਸਮਾਧੀ ਲਾਈ ਹੋਈ ਹੈ। ਭਾਵ ਸਭ ਤਾਈਂ ਵਿਆਪਕ ਹੈ। ਇਸੇ ਪ੍ਰਕਾਰ ਖੰਡੀ ਬ੍ਰਹਮੰਡੀ ਪਾਤਾਲੀ ਪੁਰਈ। ਜੋ ਹਰੀ ਖੰਡਾਂ ਬ੍ਰਹਮੰਡਾਂ ਪਤਾਲਾਂ ਪੁਰੀਆਂ ਅਤੇ ਤ੍ਰਿਭਵਨ ਤਾੜੀ ਲਾਈ ਹੈ। ਤਿੰਨਾਂ ਲੋਕਾਂ ਵਿੱਚ ਵਿਆਪਕ ਹੈ। ਉਸ ਹਰੀ ਵਿੱਚ ਗੁਰਮੁਖ ਜਨਾਂ ਨੇ ਸਮਾਧੀ ਲਾਈ ਹੋਈ ਹੈ। ਸਾਚੀ ਨਗਰੀ ਤਖਤ ਸਚਾਵਾ। ਉਹਨਾਂ ਦੀ ਦੇਹੀ ਰੂਪ ਨਗਰੀ ਸੱਚੀ ਹੈ ਅਤੇ ਅੰਤःਕਰਨ ਰੂਪੀ ਤਖਤ ਵੀ ਸੱਚਾ ਹੈ।
ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਉਹਨਾਂ ਦੀ ਦਸਮ ਦਵਾਰ ਰੂਪ ਨਗਰੀ ਵੀ ਸੱਚੀ ਹੈ ਅਤੇ ਉਸ ਉੱਪਰ ਸਾਹੰਸਰ ਦਲ ਰੂਪ ਤਖਤ ਵੀ ਸੱਚਾ ਹੈ। ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਵਾਹਿਗੁਰੂ ਜੀ ਦੀ ਇਹ ਸੰਸਾਰ ਦੇ ਵਿੱਚ ਸਾਧ ਸੰਗਤ ਰੂਪ ਨਗਰੀ ਵੀ ਸੱਚੀ ਹੈ ਅਤੇ ਸਾਧ ਸੰਗਤ ਉੱਪਰ ਨਿਸ਼ਚੇ ਰੂਪ ਤਖਤ ਵੀ ਸੱਚਾ ਹੈ, ਜਿਹਦੇ ਤਖਤ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ। ਜਾਂ ਦੁਨੀਆ ਦੇ ਸਾਰੇ ਤਖਤ ਝੂਠੇ ਨੇ, ਇੱਕ ਸ੍ਰੀ ਅਕਾਲ ਤਖਤ ਸਾਹਿਬ ਸੱਚਾ ਹੈ। ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਸ਼ੁਭ ਗੁਣਾ ਰੂਪੀ ਨਗਰੀ ਵੀ ਸੱਚੀ ਹੈ ਅਤੇ ਤੁਰਿਆ ਪਦ ਰੂਪ ਤਖਤ ਵੀ ਸੱਚਾ ਹੈ। ਗੁਰਮੁਖ ਸਾਚ ਮਿਲੈ ਸੁਖ ਪਾਵਾ। ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਉਹ ਸੁਖ ਸਰੂਪ ਨੂੰ ਪਾਉਣਾ ਕਰਦੇ ਹਨ। ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਇਹ ਜੋ ਸੰਸਾਰ ਦੀ ਨਗਰੀ ਹੈ, ਇਹ ਵਾਹਿਗੁਰੂ ਨੇ ਸੱਚੀ ਬਣਾਈ ਹੋਈ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹਦੇ ਵਿੱਚ ਜਿਹੜਾ ਸਾਧ ਸੰਗਤ ਰੂਪੀ ਤਖਤ, ਜਿਹਦੇ ਵਿੱਚ ਪਰਮਾਤਮਾ ਵਿਆਪਕ ਹੈ ਤਾਂ ਸਾਰੇ ਸੰਸਾਰ ਵਿੱਚ, ਪਰ ਸੰਗਤ ਦੇ ਵਿੱਚ ਪ੍ਰਤੱਖ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਵੀ ਤਖਤ ਵਾਹਿਗੁਰੂ ਜੀ ਦਾ ਸੱਚਾ ਹੈ। ਗੁਰਮੁਖ ਸਾਚ ਮਿਲੈ ਸੁਖ ਪਾਵਾ। ਜਿਨ੍ਹਾਂ ਨੂੰ ਗੁਰ ਚੇਤਨ ਅਤੇ ਮੁਖੀ ਸੱਚ ਸਰੂਪ ਪਰਮਾਤਮਾ ਮਿਲ ਜਾਂਦਾ ਹੈ, ਉਹਨਾਂ ਨੇ ਬ੍ਰਹਮਾਨੰਦ ਰੂਪ ਸੁਖ ਨੂੰ ਪਾਉਣਾ ਕੀਤਾ ਹੈ। ਸਾਚੇ ਸਾਚੈ ਤਖਤ ਵਡਾਈ। ਉਹਨਾਂ ਨੂੰ ਹੀ ਸੱਚੇ ਪਰਮੇਸ਼ਰ ਦੇ ਪਾਸੋਂ ਸੱਚ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਰੂਪ ਸ਼ੋਭਾ ਮਿਲਦੀ ਹੈ। ਹਉਮੈ ਗਣਤ ਗਵਾਈ ਹੈ। ਜਿਨ੍ਹਾਂ ਨੇ ਹੰਗਤਾ ਮਮਤਾ ਦੀ ਗਿਣਤੀ ਗਵਾਈ ਹੋਈ ਹੈ। ਗਣਤ ਗਣੀਐ ਸਹਿਸਾ ਜੀਐ। ਕਰਮ ਧਰਮ ਦੀ ਗਿਣਤੀ ਗਿਣਦੇ ਤਾਂ ਹਿਰਦੇ ਜਾਂ ਜੀਵ ਅੰਦਰ ਸੰਸਾ ਬਣਿਆ ਰਹਿੰਦਾ ਹੈ। ਕਿਉ ਸੁਖ ਪਾਵੈ ਦੁਐ ਤੀਐ। ਦੁਐਤ ਅਤੇ ਤਿੰਨਾਂ ਗੁਣਾਂ ਦੇ ਵਿੱਚ ਜਾਂ ਤ੍ਰਿਗੁਣੀ ਮਾਇਆ ਵਿੱਚ ਲੱਗਣ ਕਰਕੇ ਜੀਵ ਕਿਵੇਂ ਸੁਖ ਪਾ ਸਕਦਾ ਹੈ। ਜਾਂ ਦੁਐ ਤੀਐ, ਦੋ ਭਾਵ ਜੀਵ ਈਸ਼ ਦੇ ਭੇਦ ਵਿੱਚ ਲੱਗਣ ਵਾਲਾ, ਅਤੇ ਤਿੰਨ ਭਾਵ ਤਿੰਨ ਪ੍ਰਕਾਰ ਸੁਤ ਬਿਤ ਲੋਕ ਈਖਣਾ, ਤੀਨੀ ਰੂਪ ਵਾਸ਼ਨਾ ਵਿੱਚ ਲੱਗਣ ਵਾਲਾ ਕਿਵੇਂ ਸੁਖ ਪਾ ਸਕਦਾ, ਭਾਵ ਨਹੀਂ ਪਾ ਸਕਦਾ। ਇਸੇ ਪ੍ਰਕਾਰ ਕਿਉ ਸੁਖ ਪਾਵੈ ਦੁਐ ਤੀਐ। ਅਗਿਆਨ ਦੀਆਂ ਦੋ ਸ਼ਕਤੀਆਂ ਵਖੇਪ ਤੇ ਅਵਰਨ ਵਿੱਚ ਲੱਗੇ ਹੋਏ ਨੇ ਜੀਵ, ਜਿਹੜੇ ਇਹਨਾਂ 'ਚ ਲੱਗੇ ਨੇ ਤੇ ਤਿੰਨਾਂ ਦੇ ਕਾਰਨ ਸੂਖਮ ਅਸਤੂਲ ਵਿੱਚ ਲੱਗੇ ਹੋਏ ਨੇ, ਅਤੇ ਉਹ ਜਿਹੜੇ ਇਹਨਾਂ ਤਿੰਨਾਂ ਦੇਹਾਂ 'ਚ ਲੱਗੇ ਹੋਏ ਨੇ, ਉਹ ਦੱਸੋ ਕਿਵੇਂ ਸੁਖ ਪਾ ਸਕਦੇ ਹਨ, ਭਾਵ ਨਹੀਂ ਸੁਖ ਪਾ ਸਕਦੇ। ਨਿਰਮਲ ਏਕ ਨਿਰੰਜਨ ਦਾਤਾ। ਨਿਰਮਲ ਉਜਲ ਇੱਕ ਅਦਵੈਤ ਸਰੂਪ ਅਤੇ ਸ਼ੁੱਧ ਸਰੂਪ ਇੱਕ ਦਾਤਾਰ ਪਰਮੇਸ਼ਰ ਹੀ ਉਸ ਦੀ ਪ੍ਰਾਪਤੀ ਰੂਪ। ਗੁਰ ਪੂਰੇ ਤੇ ਪਤ ਪਾਈ ਹੈ। ਜਿਹੜੀ ਪਤ ਪ੍ਰਤਿਸ਼ਠਾ ਇੱਜ਼ਤ ਪੂਰਨ ਗੁਰੂ ਸਾਹਿਬ ਜੀ ਤੋਂ ਹੀ ਪਾਈ ਦੀ ਹੈ, ਜਾਂ ਉਸ ਪਤੀ ਪਰਮੇਸ਼ਰ ਦੀ ਪੂਰਨ ਗੁਰੂ ਸਾਹਿਬ ਜੀ ਦੁਆਰਾ ਹੀ ਪ੍ਰਾਪਤੀ ਹੁੰਦੀ ਹੈ। ਜੁਗ ਜੁਗ ਵਿਰਲੀ ਗੁਰਮੁਖ ਜਾਤਾ। ਉਹ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਵਿਆਪਕ ਹੈ, ਪਰ ਕਿਸੇ ਟਾਵੇਂ ਟਾਵੇਂ ਗੁਰਮੁਖਾਂ ਨੇ ਗੁਰਾਂ ਦੁਆਰਾ
ਉਸ ਨੂੰ ਜਾਣਿਆ ਹੈ। ਸਾਚਾ ਰਵ ਰਹਿਆ ਮਨ ਰਾਤਾ, ਇਹ ਸੱਚਾ ਪਰਮੇਸ਼ਰ ਸਾਰੇ ਜੁਗਾਂ ਸਾਰੇ ਥਾਵਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਇਉਂ ਨਿਸ਼ਚਾ ਕਰਕੇ ਉਸ ਗੁਰਮੁਖ ਦਾ ਜੋ ਮਨ ਹਿਰਦਾ ਉਸ ਵਾਹਿਗੁਰੂ ਪਰਮੇਸ਼ਰ ਨਾਲ ਰੰਗਿਆ ਜਾਂਦਾ ਹੈ। ਤਿਸ ਕੀ ਓਟਾ ਗਹੀ ਸੁਖ ਪਾਇਆ, ਇਸ ਪਰਮੇਸ਼ਰ ਦੀ ਜਿਸ ਨੇ ਟੇਕ ਓਟ ਗ੍ਰਹਿਣ ਕੀਤੀ ਹੈ ਉਸ ਨੇ ਹੀ ਸੁਖ ਸਰੂਪ ਨੂੰ ਪਾਇਆ ਹੈ। ਮਨ ਤਨ ਮੈਲ ਨਾ ਕਾਈ ਹੈ, ਉਸ ਦੇ ਮਨ ਹਿਰਦੇ ਅੰਦਰ ਹੰਗਤਾ ਮਮਤਾ ਅਤੇ ਤਨ ਸਰੀਰ ਵਿੱਚ ਵਿਕਾਰਾਂ ਆਦਿਕ ਦੀ ਕੋਈ ਵੀ ਮਲੀਨਤਾਈ ਨਹੀਂ ਹੈ। ਜੀ ਭਰ ਸਾਇਣ ਸਾਚਾ ਰਾਤੀ, ਜਿਸ ਮਨੁੱਖ ਦੀ ਪ੍ਰਤੱਖ ਜੀਵ ਜਾਂ ਪ੍ਰੀਤੀ ਰੂਪ ਜੀਵ ਰਸਾਂ ਦੇ ਘਰ ਸੱਚੇ ਪ੍ਰਭੂ ਦੇ ਨਾਮ ਦੇ ਵਿੱਚ ਰੰਗੀ ਜਾਂਦੀ ਹੈ। ਹਰ ਪ੍ਰਭ ਸੰਗੇ ਭਉ ਨ ਪਰਾਤੀ, ਉਸ ਦੀ ਬੁੱਧ ਦਾ ਹਰੇ ਭਰੇ ਕਰਨ ਵਾਲਾ ਜਿਹੜਾ ਪ੍ਰਭੂ ਪਰਮਾਤਮਾ ਉਹ ਸਾਥੀ ਬਣ ਜਾਂਦਾ ਹੈ। ਸੋ ਭਉ ਨ ਭਰਾਤੀ, ਉਸ ਮਨੁੱਖ ਨੂੰ 7 ਪ੍ਰਕਾਰ ਦਾ ਭਉ ਡਰ ਅਤੇ ਭਰਾਤੀ ਭਟਕਣਾ ਨਹੀਂ ਰਹਿੰਦੀ ਹੈ। ਸ਼੍ਰਵਣ ਸਰੋਤ ਰਜੇ ਗੁਰਬਾਣੀ, ਸਤਿਗੁਰੂ ਜੀ ਦੀ ਬਾਣੀ ਦੇ ਸੁਣਨ ਦੇ ਵਿੱਚ ਉਹਦੇ ਜਿਹੜੇ ਸਰੋਤ ਕੰਨ ਨੇ ਉਹ ਤ੍ਰਿਪਤ ਹੋਏ ਰਹਿੰਦੇ ਨੇ। ਉਹਦੀ ਜਿਹੜੀ ਪ੍ਰਤੱਖ ਜੋਤ ਹੈ, ਜੋਤੀ ਜੋਤ ਮਲਾਈ ਹੈ, ਸੋ ਉਹਦੀ ਪ੍ਰਤੱਖ ਜੋਤ ਜੋਤੀ ਅਦਵੈਤ ਆਨੰਦ ਸਰੂਪ ਪ੍ਰਮਾਤਮਾ ਨੇ ਆਪਣੇ ਵਿੱਚ ਮਿਲਾਉਣਾ ਕੀਤੀ ਹੈ। ਰਖ ਰਖ ਪੈਰ ਧਰੇ ਪਉ ਧਰਣਾ, ਗੁਰਮੁਖ ਜਨ ਧਰਤੀ ਉੱਪਰ ਕੁਸੰਗਤ ਵੱਲੋਂ ਰੋਕ ਰੋਕ ਕੇ ਆਪਣੇ ਪੈਰ ਧਰਦੇ ਨੇ ਜਾਂ ਆਪਣੇ ਮਨ ਰੂਪ ਪੈਰ ਨੂੰ ਵਿਸ਼ਿਆਂ ਵੱਲੋਂ ਰੋਕ ਰੋਕ ਕੇ ਭੂਮਾ ਰੂਪ ਬ੍ਰਹਮ ਉੱਪਰ ਸਥਿਤ ਕਰਦੇ ਹਨ। ਜਾਤ ਗਤ ਦੇਖਾਓ ਤੇਰੀ ਸਰਣਾ, हे ਪਰਮਾਤਮਾ ਉਹ ਜਿੱਥੇ ਕਿਤੇ ਵੀ ਦੇਖਦੇ ਨੇ ਉਹ ਤੇਰੀ ਹੀ ਓਟ ਤੱਕਦੇ ਹਨ। ਦੁਖ ਸੁਖ ਦੇਹ ਤੁਹੈ ਮਨ ਭਾਵ ਹੈ, हे ਪਰਮਾਤਮਾ ਭਾਵੇਂ ਤੂੰ ਨਾ ਗੁਰਮੁਖ ਜਨਾਂ ਨੂੰ ਦੁੱਖ ਦੇਵੇਂ ਤੇ ਭਾਵੇਂ ਦੇਵੇਂ ਸੁਖ, ਪਰ ਉਹਨਾਂ ਦੇ ਮਨ ਹਿਰਦੇ ਵਿੱਚ ਤੂੰ ਹੀ ਪਾਉਂਦਾ ਹੈ। ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਅਤੇ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਤੁਝ ਹੀ ਸਿਉ ਬਣ ਆਈ ਹੈ, ਉਹਨਾਂ ਗੁਰਮੁਖਾਂ ਦੀ ਤੇਰੇ ਨਾਲ ਹੀ ਪ੍ਰੀਤੀ ਬਣ ਆਈ ਹੈ। ਅੰਤ ਕਾਲ ਕੋ ਬੇਲੀ ਨਾਹੀ, ਹੁਣ ਤਾਂ ਮਾਇਆ ਦੇ ਕਰਕੇ ਬਥੇਰੇ ਮਿੱਤਰ ਬਣਦੇ ਨੇ, ਪਰ ਮਰਨ ਤੋਂ ਬਾਅਦ ਅੰਤ ਦੇ ਸਮੇਂ ਵਿੱਚ ਜੀਵ ਦਾ ਕੋਈ ਵੀ ਬੇਲੀ ਸਹਾਇਕ ਨਹੀਂ ਹੁੰਦਾ ਹੈ। ਗੁਰਮੁਖ ਜਾਤਾ ਤੁਧ ਸਾ ਲਾਹੀ, ਇਹ ਪਰਮਾਤਮਾ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਇਹ ਜਾਣ ਕੇ ਤੈਨੂੰ ਹੀ ਸਲਾਹੁਣਾ ਕੀਤਾ ਹੈ। ਨਾਨਕ ਨਾਮ ਰਤੇ ਬੈਰਾਗੀ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ हे ਪਰਮੇਸ਼ਰ ਜੋ ਤੇਰੇ ਨਾਮ ਰੰਗ ਚ ਰੰਗੇ ਹੋਏ ਨੇ ਉਹ ਪੂਰਨ ਵੈਰਾਗਵਾਨ ਪੁਰਸ਼ ਹਨ। ਨਿਜ ਘਰ ਤਾੜੀ ਲਾਈ ਹੈ, ਅਤੇ ਉਹਨਾਂ ਨੇ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਸਮਾਧੀ ਲਾਈ ਹੈ। ਮਾਰੂ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਆਦ ਜੁਗਾਦੀ ਅਪਰ ਅਪਾਰੇ, ਜੋ ਮੁੱਢ ਸਰੂਪ ਜੁਗਾਂਤਕਾਂ ਦੀ ਮਰਿਆਦਾ ਬੰਨਣ ਤੋਂ ਪਹਿਲਾਂ ਵੀ ਵਿਆਪਕ ਸੀ, ਪ੍ਰਕਿਰਤੀ ਉਰੇ ਹੈ
ਔਰ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਆਦ ਨਿਰੰਜਨ ਖਸਮ ਹਮਾਰੇ, ਸਾਰੇ ਜਗ ਦਾ ਮੁੱਢ ਸਰੂਪ ਮਾਇਆ ਕਾਲਕ ਤੋਂ ਰਹਿਤ ਪਰਮਾਤਮਾ ਹੀ ਸਾਡੇ ਜਨਮ ਦਾ ਮਾਲਕ ਹੈ। ਸਾਚ ਜੋਗ ਜੁਗਤ ਵਿਚਾਰੀ, ਜਿਸ ਨੇ ਸੱਚੇ ਪਰਮੇਸ਼ਰ ਵਿੱਚ ਜੁੜਨ ਦੀ ਜੋ ਜੁਗਤੀ ਨੂੰ ਗੁਰਾਂ ਦੁਆਰਾ ਵਿਚਾਰਨਾ ਕੀਤਾ ਹੈ। ਸਾਚੇ ਤਾੜੀ ਲਾਈ ਹੈ, ਉਸ ਨੇ ਹੀ ਸੱਚੇ ਪਰਮੇਸ਼ਰ ਵਿੱਚ ਸਮਾਧੀ ਲਾਈ ਹੈ। ਕੇਤੜਿਆ ਜੁਗ ਤੰਦੂਕਾਰ, ਸੰਸਾਰ ਰਚਨਾ ਤੋਂ ਪਹਿਲਾਂ ਕਈ ਯੁੱਗ ਅੰਧਕਾਰ ਹੀ ਵਿਆਪ ਰਿਹਾ ਸੀ। ਤਾੜੀ ਲਾਈ ਸਿਰਜਨਹਾਰ, ਉਸ ਸਮੇਂ ਰਚਨਹਾਰ ਪਰਮਾਤਮਾ ਨੇ ਸਮਾਧੀ ਲਾਈ ਹੋਈ ਸੀ। ਸੱਚ ਨਾਮ ਸੱਚੀ ਵਡਿਆਈ, ਉਸ ਪ੍ਰਭੂ ਦਾ ਨਾਮ ਸੱਚਾ ਹੈ, ਵਡਿਆਈ ਵੀ ਸੱਚੀ ਹੈ। ਸਾਚਾ ਤਖਤ ਵਡਾਈ ਹੈ, ਸੱਚੇ ਦਾ ਨਾਮ ਜਪ ਕੇ ਸਰੂਪ ਰੂਪੀ ਤਖਤ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਸਤ ਜੁਗ ਸਤ ਸੰਤੋਖ ਸਨੀਰਾ, ਜਦੋਂ ਯੁੱਗਾਂ ਦੀ ਮਰਜ਼ਾਦਾ ਬੰਨੀ ਉਸ ਵੇਲੇ ਸਤਯੁਗ ਵਿੱਚ ਸਤ ਪ੍ਰਤਗੀ ਅਤੇ ਸੰਦੋਖ ਵਾਲੇ ਸਰੀਰਧਾਰੀ ਜੀਵ ਹੋਏ ਸਨ। ਭਾਵ ਸਭ ਜੀਵਾਂ ਦੇ ਵਿੱਚ ਸਤ ਅਤੇ ਸੰਦੋਖ ਸੀਗਾ। ਸਤ ਸਤ ਵਰਤੈ ਗਹਿਰ ਗੰਭੀਰਾ, ਜੋ ਸਮੇਂ ਗਹਿਰ ਨਿਰਹਲ ਅਤੇ ਗੰਭੀਰਾ ਡੂੰਘਾ ਹਰੇ ਸੱਚ ਹੀ ਸੱਚ ਵਰਤਾਉਂਦਾ ਸੀ, ਜਾਂ ਨਿਸ਼ਚੈ ਕਰਕੇ ਸਤ ਸਰੂਪ ਹੀ ਵਰਤਦਾ ਸੀ। ਚਾ ਸਾਹਿਬ ਸੱਚ ਪਰਖੈ, ਉਹ ਸੱਚਾ ਮਾਲਕ ਪਰਮਾਤਮਾ ਸਤਯੁਗ ਦੇ ਅੰਦਰ ਵੀ ਸੱਚ ਦੀ ਪਰਖ ਕਰਦਾ ਸੀ। ਸਾਚਾ ਹੁਕਮ ਚਲਾਈ ਹੈ, ਸੱਚਾ ਹੁਕਮ ਚਲਾਈ ਹੈ। ਸੱਚੇ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਦੇ ਵਿੱਚ ਹੀ ਚਲਾਈ ਹੈ। ਸਤ ਸੰਤੋਖੀ ਸਤਿਗੁਰ ਪੂਰਾ, ਸਤਯੁਗ ਦੇ ਵਿੱਚ ਪੂਰਨ ਸਤਿਗੁਰੂ ਸਤ ਸੰਦੋਖ ਦੇਣ ਵਾਲਾ ਸੀ। ਗੁਰ ਕਾ ਸ਼ਬਦ ਮੰਨੇ ਸੋ ਸੂਰਾ, ਜੋ ਗੁਰੂ ਦਾ ਉਪਦੇਸ਼ ਮੰਨਦਾ ਸੀ ਉਹ ਵਿਕਾਰਾਂ ਨੂੰ ਨਾਸ਼ ਕਰਨ ਵਾਲਾ ਸੂਰਮਾ ਸੀ, ਜਾਂ ਸੂਰਾ ਸੂਰਜ ਵਾਂਗ ਅਗਿਆਨ ਦਾ ਹਨੇਰਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸੀ। ਸਾਚੀ ਦਰਗਾਹ ਸਾਜਨ ਵਾਸਾ, ਸੱਚੀ ਦਰਗਾਹ ਵਿੱਚ ਸੱਚੇ ਨਾਮ ਦੇ ਜਪਣ ਕਰਕੇ ਹੀ ਵਸਣਾ ਹੁੰਦਾ ਸੀ। ਮਨ ਹੁਕਮ ਰਜਾਈ ਹੈ, ਪਰ ਨਾਮ ਉਸ ਨੂੰ ਮਿਲਦਾ ਸੀ ਜੋ ਆਗਿਆ ਕਰਨ ਵਾਲੇ ਪ੍ਰਭੂ ਦਾ ਹੁਕਮ ਮੰਨਦਾ ਸੀ। ਸਤ ਜੁਗ ਸਾਚ ਕਹੈ ਸਭ ਕੋਈ, ਸਤਯੁਗ ਦੇ ਵਿੱਚ ਸਭ ਕੋਈ ਸੱਚ ਹੀ ਕਥਨ ਕਰਦੇ ਸਨ। ਵਾ ਸੱਚ ਵਰਤੈ ਸਾਚਾ ਸੋਈ, ਨਿਸ਼ਚੈ ਕਰਕੇ ਉਹ ਸੱਚਾ ਪ੍ਰਭੂ ਹੀ ਸਾਰੇ ਵਰਤਦਾ ਸੀ, ਸਭਨਾਂ ਦੇ ਹਿਰਦੇ ਵਿੱਚ ਵਰਤਦਾ ਸੀ। ਉਹ ਸੱਚੇ ਦਾ ਹੀ ਰੂਪ ਹੋ ਜਾਂਦੇ ਸਨ। ਮਨ ਮੁਖ ਸਾਚ ਪਰਮ ਪਉ ਭੰਜਨ, ਮਨ ਤੇ ਮੁਖ ਵੱਖਰਾ ਵੱਖਰਾ ਪਾਠ, ਜੋ ਮਨ ਹਿਰਦੇ ਤੇ ਮੁਖ ਮੂੰਹ ਭਾਵ ਰਸਨਾ ਕਰਕੇ ਸੱਚੇ ਨਾਮ ਨੂੰ ਜਪਨਾ ਕਰਦੇ ਸਨ। ਉਹਨਾਂ ਦੇ ਭਰਮ ਅਤੇ ਭਉ ਡਰ ਨੂੰ ਪਰਮੇਸ਼ਰ ਨੇ ਨਾਸ਼ ਕੀਤਾ ਸੀ। ਗੁਰਮੁਖ ਸਾਚ ਸਿਖਾਈ ਹੈ, ਸੋ ਜਿਹੜੇ ਗੁਰਮੁਖ ਨੇ ਉਹ ਗੁਰਮੁਖ ਜਨਾਂ ਨੇ ਨਿਸ਼ਚੈ ਕੀਤਾ ਕਿ ਸਤਿਯੁਗ ਦੇ ਵਿੱਚ ਵੀ ਸੱਚਾ ਪਰਮਾਤਮਾ ਹੀ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ, ਅਤੇ ਜੋ ਤ੍ਰੇਤਾ ਦੁਆਪਰ ਅਤੇ ਕਲਯੁਗ ਇਹਦੇ ਵਿੱਚ ਵੀ
ਉਹੀ ਪ੍ਰਮਾਤਮਾ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਤ੍ਰੇਤਾ ਧਰਮ ਕਲਾ ਇੱਕ ਚੁੱਕੀ, ਤ੍ਰੇਤੇ ਯੁੱਗ ਦੇ ਵਿੱਚ ਧਰਮ ਦੀ ਇੱਕ ਸ਼ਕਤੀ ਮੁੱਕ ਗਈ। ਤੀਨ ਚਰਨ ਇੱਕ ਦੁਬਧਾ ਸੁੱਕੇ, ਧਰਮ ਰੂਪੀ ਧੌਲੇ ਸਤ, ਸੌਚ, ਤਪ, ਦਾਨ ਰੂਪ ਚੌਹਾਂ ਪੈਰਾਂ ਵਿੱਚੋਂ ਸਤ ਘਟ ਗਿਆ ਹੈ ਤੇ ਤਿੰਨ ਸੌਚ, ਤਪ ਤੇ ਦਾਨ ਇਹ ਪੈਰ ਰਹਿ ਗਏ ਨੇ ਧਰਮ ਰੂਪੀ ਧੌਲੇ ਦੇ। ਅਤੇ ਇੱਕ ਦੁਬਧਾ ਦਵੈਤ ਆ ਕੇ ਸੁੱਕਣ ਲੱਗ ਪਈ, ਭਾਵ ਦਵੈਤ ਪ੍ਰਬਲ ਹੋ ਗਈ। ਜਾਂ ਕਿ ਦੁਬਧਾ ਕਰਕੇ ਸ੍ਰਿਸ਼ਟੀ ਸ਼ੁਭ ਗੁਣਾ ਵੱਲੋਂ ਸੁੱਕੀ ਸੁੱਕਣ ਲੱਗ ਪਈ ਹੈ। ਗੁਰਮੁਖ ਹੋਵੈ ਸੋ ਸਾਚ ਵਖਾਣੈ, ਤ੍ਰੇਤੇ ਯੁੱਗ ਵਿੱਚ ਵੀ ਜੋ ਗੁਰਮੁਖ ਜਨ ਹੁੰਦੇ ਸਨ ਉਹ ਸੱਚਾ ਨਾਮ ਜਾਂ ਸੱਚ ਦਾ ਕਥਨ ਕਰਦੇ ਸਨ। ਅਤੇ ਮਨਮੁਖ ਪਚੈ ਵਾਈ ਹੈ, ਮਨਮੁਖ ਜੀਵ ਅਵੈੜ ਪੁਣੇ ਵਿੱਚ ਨਿਸਫਲ ਹੀ ਸੜਦੇ ਰਹਿੰਦੇ ਸਨ। ਮਨਮੁਖ ਕਦੇ ਨ ਦਰਗਹ ਸੀਜੈ, ਮਨਮੁਖ ਪੁਰਸ਼ ਕਦੇ ਵੀ ਪ੍ਰਭੂ ਦੀ ਨਿਆਈ ਸਭਾ ਵਿੱਚ ਛੁੱਟ ਨਹੀਂ ਸਕਦਾ। ਬਿਨ ਸ਼ਬਦੈ ਕਿਉ ਅੰਤਰ ਰੀਜੈ, ਕਿਉਂਕਿ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨਾਂ ਉਸ ਦਾ ਹਿਰਦਾ ਕਿਵੇਂ ਪ੍ਰਸੰਨ ਹੋ ਸਕਦਾ, ਭਾਵ ਨਹੀਂ ਹੋ ਸਕਦਾ। ਬਾਧੇ ਆਵੈ ਬਾਧੇ ਜਾਵਹਿ, ਮਨਮੁਖ ਜੀਵ ਤਾਂ ਹੰਗਤਾ ਮਮਤਾ ਆਦਿਕ ਕਰਮਾਂ ਦੇ ਬੰਨੇ ਹੋਏ ਸੰਸਾਰ ਦੇ ਵਿੱਚ ਆਉਂਦੇ ਨੇ ਅਤੇ ਔਗਣਾਂ ਦੇ ਬੰਨੇ ਹੋਏ ਪਰਲੋਕ ਨੂੰ ਚਲੇ ਜਾਂਦੇ ਹਨ। ਸੋਜੀ ਬੂਝਾ ਨਾ ਕਾਈ ਹੈ, ਉਹਨਾਂ ਨੂੰ ਇਸ ਲੋਕ ਦੀ ਕੋਈ ਸਮਝ ਨਹੀਂ ਹੈ ਅਤੇ ਪਰਲੋਕ ਦੀ ਵੀ ਕੋਈ ਗਿਆਤ ਨਹੀਂ ਹੈ। ਜਾਂ ਇਸੇ ਪ੍ਰਕਾਰ ਸੋਜੀ ਬੂਝਾ ਨਾ ਕਾਈ ਹੈ, ਤਾਤਪਦ ਦੇ ਲਖਰਤ ਦੀ ਕੋਈ ਸੋਝੀ ਨਹੀਂ ਹੈ ਅਤੇ ਤਵੰਗਬਦ ਦੇ ਲਖਰਤ ਦੀ ਵੀ ਕੋਈ ਬੂਝ ਨਹੀਂ ਹੈ। ਦਇਆ ਦੁਆਪਰ ਅੱਧੀ ਹੋਈ, ਦੁਆਪਰ ਯੁੱਗ ਵਿੱਚ ਦਇਆ ਅੱਧੀ ਹੋ ਗਈ, ਭਾਵ ਦਇਆ ਤੋਂ ਪੈਦਾ ਹੋਣ ਵਾਲਾ ਧਰਮ ਆਪਣੇ ਚਾਰ ਚਰਨਾਂ ਵਿੱਚੋਂ ਦੋ ਪਰੇ ਹੀ ਅਸਥਿਤ ਰਹਿ ਗਿਆ, ਅਰਥਾਤ ਸਤ ਤੇ ਸੌਚ ਇਹ ਦੋਵੇਂ ਚਲੇ ਗਏ, ਤਪ ਤੇ ਦਾਨ ਇਹ ਦੋਵੇਂ ਰਹਿ ਗਏ ਸਨ। ਗੁਰਮੁਖ ਵਿਰਲਾ ਚੀਨੈ ਕੋਈ, ਦੁਆਪਰ ਵਿੱਚ ਵੀ ਕੋਈ ਟਾਮਨ ਟਾਮਾ ਗੁਰਮੁਖ ਜਨ ਹੀ ਗੁਰਾਂ ਦੁਆਰਾ ਪਰਮੇਸ਼ਰ ਨੂੰ ਜਾਣਦਾ ਸੀ। ਦੋਇ ਪਗ ਧਰਮ ਧਰੇ ਧਰਣੀ ਤਾਰ, ਦੁਆਪਰ ਯੁੱਗ ਵਿੱਚ ਧਰਤੀ ਦੇ ਆਸਰੇ ਪਰਮੇਸ਼ਰ ਨੇ ਧਰਮ ਰੂਪੀ ਧੌਲੇ ਦੇ ਦੋ ਚਰਨ ਤਪ ਅਤੇ ਦਾਨ ਰੱਖਣਾ ਕੀਤੇ ਸਨ। ਗੁਰਮੁਖ ਸਾਚ ਤੇ ਥਾਈ ਹੈ, ਪਰ ਗੁਰਮੁਖ ਜਨ ਦੁਆਪਰ ਵਿੱਚ ਵੀ ਉੱਥੇ ਹੀ ਸੱਚ ਸਰੂਪ ਦੇ ਵਿੱਚ ਜੁੜੇ ਰਹਿੰਦੇ ਸਨ। ਰਾਜੇ ਧਰਮ ਕਰਹਿ ਪਰਥਾਏ, ਦੁਆਪਰ ਯੁੱਗ ਅੰਦਰ ਰਾਜੇ ਲੋਕ ਕਿਸੇ ਕਾਮਨਾ ਦੇ ਸਬਬ ਕਰਕੇ ਜਾਂ ਪਰ ਥਾਏ ਪਰਾਏ ਭਾਵ ਸਵਰਗ ਆਦਿਕ ਦੀ ਥਾਂ ਵਿੱਚ ਵਸਣ ਲਈ ਧਰਮ ਕਰਦੇ ਸਨ। ਆਸਾ ਬੰਦੇ ਦਾਨ ਕਰਾਏ, ਇੱਛਾਵਾਂ ਦੇ ਬੰਨੇ ਹੋਏ ਹੀ ਦਾਨ ਕਰਦੇ ਕਰਾਉਂਦੇ ਸਨ। ਰਾਮ ਨਾਮ ਬਿਨ ਮੁਕਤ ਨ ਹੋਈ, ਸਾਰੇ ਲੋਕ ਸਕਾਮ ਕਰਮਾਂ ਧਰਮਾਂ ਨੂੰ ਕਮਾਉਂਦੇ ਹੋਏ ਪਾਤਸ਼ਾਹ ਜੀ ਕਹਿੰਦੇ ਥਾਕੇ ਕਰਮ ਕਮਾਈ ਹੈ, ਕਰਮ ਕਮਾਉਂਦੇ ਥੱਕ ਗਏ ਹਨ, ਪਰੰਤੂ ਰਾਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਦੀ ਵੀ ਮੁਕਤੀ ਨਾ ਹੋਈ। ਹਰ ਭਗਤ ਨਾ ਮੁਕਤ ਹੋਏ, ਇਹੋ ਕਹਿ ਰਮੇ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਭਾਵੇਂ ਗੰਗਾ ਦੇ ਕਿਨਾਰੇ ਦੇ ਘਰ ਬਣਾ ਲਓ
ਤੇ ਰੋਜ਼ ਗੰਗਾ ਜਲ 'ਚ ਇਸ਼ਨਾਨ ਕਰੋ, ਗੰਗਾ ਜਲ ਹੀ ਛਕੋ। ਪਰ ਜੇ ਰਾਮ ਦਾ ਨਾਮ ਨਹੀਂ ਜਪਦਾ, ਨਿਰਾ ਗੰਗਾ ਜਲ ਨੇ ਤਾਂ ਮੁਕਤ ਨਹੀਂ ਕਰਨਾ ਹੈ। ਬਿਨ ਨਾਮ ਹਰ ਕੇ ਮੁਕਤ ਨਾਹੀ ਕਹੈ ਨਾਨਕ ਦਾਸ। ਮਹਾਰਾਜ ਵੀ ਕਹਿੰਦੇ ਕਿ ਹਰੀ ਦੇ ਨਾਮ ਤੋਂ ਬਗੈਰ ਜਿੱਥੇ ਮਰਜ਼ੀ ਭੱਜ ਲਓ, ਜੋ ਮਰਜ਼ੀ ਕਰ ਲਓ, ਮੁਕਤੀ ਨਹੀਂ ਜੇ ਮਿਲਣੀ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਤੁਹਾਨੂੰ ਵਾਹਿਗੁਰੂ ਕਹਿਣਾ ਹੀ ਪਏਗਾ, ਸੁਖਮਨੀ ਸਾਹਿਬ ਦਾ ਪਾਠ ਕਰਨਾ ਹੀ ਪਏਗਾ। ਕੁਛ ਨਾ ਕੁਛ ਕਰੋਗੇ ਤਾਂ ਮੁਕਤ ਹੋਵੋਗੇ, ਇਸ ਤਰ੍ਹਾਂ ਮੁਕਤੀ ਨਹੀਂ ਮਿਲਣੀ ਹੈ। ਕਰਮ ਧਰਮ ਕਰ ਮੁਕਤ ਮੰਗਾਹੀ। ਲੋਕ ਪੈਸੇ ਵਾਲੇ ਨੇ, ਜੇ ਕਿਤੇ ਰੱਬ ਉਠੀ ਕਾਠੀ 'ਚ ਰਹਿੰਦਾ ਹੁੰਦਾ ਤੇ ਲੋਕਾਂ ਨੇ ਪੈਸੇ ਦੇ ਕੇ ਹੀ ਉਹਨੂੰ ਚੁੱਕ ਕੇ ਲੈ ਜਾਣਾ ਸੀਗਾ, ਮਾਫ ਕਰਨਾ, ਖਰੀਦ ਕੇ ਆਪਦੇ ਘਰ ਹੀ ਉਹਨਾਂ ਰੱਖ ਲੈਣਾ ਸੀਗਾ। ਦੁਨੀਆ ਕੋਲ ਇੰਨੀ ਮਾਇਆ ਹੈ, ਪਰ ਉਹ ਰੱਬ ਕਿਤੇ ਲੱਭਦਾ ਨਹੀਂ ਹੈ, ਕਿਸੇ ਨੂੰ ਦਿਖਦਾ ਨਹੀਂ ਹੈ, ਤਾਂ ਉਹਦਾ ਬਚਾਅ ਹੈ। ਤੇ ਲੋਕ ਸੋਚਦੇ ਨੇ ਵੀ ਦਾਨ ਪੁੰਨ ਕਰੀ ਜਾਓ, ਕਰਮ ਧਰਮ ਕਰੀ ਜਾਓ, ਤੇ ਇਹ ਕਰਮਾਂ ਧਰਮਾਂ ਦੇ ਕਰਨ ਤੋਂ ਬਾਅਦ ਹੀ ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਫਿਰ ਉਹ ਮੁਕਤ ਮੰਗਦੇ ਨੇ, ਕਰਮ ਯਾਗ ਆਦਿਕ ਧਰਮਾਂ ਨੂੰ ਕਰਕੇ ਉਹ ਮੁਕਤੀ ਮੰਗਦੇ ਸਨ। ਮੁਕਤ ਪਦਾਰਥਾ ਸ਼ਬਦ ਸਲਾਹੀ। ਪਰ ਮੁਕਤੀ ਰੂਪ ਪਦਾਰਥ ਜਿਹੜੀ ਵਸਤੂ ਹੈ, ਦੁਆਪਰ ਯੁੱਗ ਅੰਦਰ ਵੀ ਗੁਰ ਉਪਦੇਸ਼ ਨੂੰ ਸਲਾਹੁਣ ਕਰਕੇ ਹੀ ਮਿਲਦੀ ਸੀਗੀ। ਮਤਲਬ ਨਾਮ ਤੋਂ ਬਗੈਰ ਤਾਂ ਕਿਸੇ ਯੁੱਗ ਦੇ ਵਿੱਚ ਵੀ ਮੁਕਤੀ ਨਹੀਂ ਸੀ। ਬਿਨ ਗੁਰ ਸ਼ਬਦਾ ਮੁਕਤ ਨ ਹੋਈ। 4 ਯੁੱਗਾਂ ਦੇ ਅੰਦਰ ਹੀ ਹੁਣ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪਰ ਬੰਚਾ ਕਰ ਭਰਮਾਈ ਹੈ। ਜਿਸ ਕਰਕੇ ਜੀਵ ਸੰਸਾਰ 'ਚ ਫਸ ਕੇ ਭਰਮਦੇ ਰਹਿੰਦੇ ਨੇ ਜਾਂ ਛਲ ਕਰਕੇ ਭਰਮਾਏ ਜਾ ਰਹੇ ਹਨ। ਸਤਿਯੁਗ ਸਤ, ਤੇਤਾ ਜਗੀ, ਦੁਆਪਰ ਪੂਜਾ 4, तीनों जोग तीनों दृढ़ कल केवल नाम आधार। ये पंक्तियां दे अर्थ आपां इंज समझदे हां कि सतयुग विच सत बोलण दी मर्यादा सी, त्रेते दे विच जग करन दी मर्यादा सी, दुआपर दे विच श्रेष्ठ पूजा कीती जांदी सी, पर हुण कलयुग दे विच कोई कर्म धर्म साधन कारगर नहीं। हुण तां केवल वाहिगुरु नाम जपण जपाउण दा ही आसरा है, इस तो बगैर मुक्ति नहीं। असल दे विच चौं ही युगां दे विच गुरु दे उपदेश दी वडियाई सी। महाराज ने यही सानू समझाउण दी खेचल कीती है कि सानू समझ आ जाए। ये जिहड़े सच बोलना या जग करना या पूजा ते करनी है, ये तां जीवां दे विच बल बहुता सीगा, इस करके परमात्मा ने पैसा सीगा बल सीगा आख्या कि यज्ञ करो या पूजा करो ते नाल नाम भी जपो। जिवें बाणी दे विच बचन होंदा कि हिंदू मूले भूले अखुट्टी जाही, नारद कहिया से पूज कराही। नारद आप वीणा लैके प्रेमा भगती करदा रहिंदा हमेशा ही, ते पर जिहड़े हिंदू ने उन्हां नूं आखिया भी मूर्तियां बना के पूजा करो। क्यों? उपदेश दा नारद ने भगती दा ही दिता भी भगती करो। हुण मेरे वर्गे ये सोचते ने भी वेले बैठे माला फेरदे रहो, दसो ये भी कोई कम्मां जो काम है। बाबा जी कोई काम दसो, कोई सेवा दसो। तो इस वास्ते गुटका फड़ के हुण 24 घंटे बंदा पाठ किहड़ा कर सकदा दसो? नाम जपना बड़ा औखा। आपां मक्खण खा रहे हैं, मलाई खा रहे हैं, किन्नी क खा सकते हैं दसो? देसी घ्यो निरा ही खा रहे हैं, प्योर देसी घी। जिहड़ी गुरबाणी दी कथा है ये मक्खण मलाई ते देसी घ्यो दी तरह है। बस घंटे तो बाद आपां थक के हाथ जोड़ के
गुरु साहब के चरणों 'च अरदास करके नमस्कार कर दियांगे, महाराज इन्नी साड़ी हाज़री प्रवान करनी। मतलब जिहड़ा असली प्योर चीज़ है उन्होंने बहुता नहीं खाधा जा सकता। गुड़ किन्ना क खा लओगे, आखिर तुहाडा मन भर जाऊगा। तो इसे प्रकार नाम है तो गुड़ वर्गा मिठा। जिहड़ी महाराज की बाणी है तो ये मिश्री की तरह है, तो प्योर देसी घ्यो मक्खन मलाई, तो पर ये आप अठे पैर नहीं जप सकते, क्योंकि आप किहड़ा ब्रह्म ज्ञानी हाँ, आप किहड़ा भगत हाँ। जिहदे ते वाहिगुरू की कृपा हुंदी है उहदी गल तां कुछ होर है। असीं तां कलयुगी गृहस्थी जीव आ। इसलिए महाराज ने भी सानू श्री गुरु ग्रंथ साहिब जी की सेवा ते सत्कार बख्शिया कि झाड़ू फड़ो, बहुता नहीं तो कबूतरां दे खंभ खुंभ ही चुग दिओ। आ बिठा बिठा डिगियां हुंदियां ने परिक्रमा च, इन्हां नूं साफ कर दिओ। जिन्ना कि तुहाडे कोल टाइम है थोड़ी बहुती सफाई करो। ये कोई जरूरी नहीं भी निशान साहब के उपर ही पानी की बाल्टी पाउण नाल रब ने खुश होना। जिथे सेवा की लोड़ है उत्थे करो। वो मेरे वर्गे आउंदे ने 8 बजे 10 बजे, इशनान दा सवेरे 2:30-3 बजे ही हो जाता। वो जिहड़ा आउंदा पानी की बाल्टी सुट दिंदा, ये नहीं वेखदा भी संगतां परिक्रमा कर रही ने विघन पऊगा। उत्थे तां इन्नी सफाई है, जिथे नहीं सफाई उत्थे सानू जरूरत है मिट्टी कट्टा उन्होंने साफ करिए। ये सेवा महाराज ने बख्शी है कि साडा जी लग जाए गुरु के लंगर दी, गुरु की इमारतां दी। इहदे च माया ते शरीर आपां सफल कर सकते हैं। पुराने युगां दे विच भी लोग बड़े तगड़े हुंदे सीगे, माया धारी सीगे। इंडिया नूं सोने की चिड़िया करके मन्निया जांदा सीगा। ते जद संतां महात्मा ने आख्या भी नाम जपो, कहंदे ये भी कोई कम्मां चों काम है, विहले बैठे रहो, कोई काम तो होना चाहिए। तो फिर जग दिता, तप दिता, दान दिता, पूजा दिती कि शरीर का बल भी सफल होवे ते माया भी सफल होए। ते नाल आख्या नाम भी जपो। वो मेरे वर्गे नाम जपना तो गए भुल, गात्रा पा लिया बस भी 5 प्यारे ने आख्या सी गात्रा नहीं लाउणा। जिंदाबाद जिंदाबाद बोले सोनहाल सत श्री अकाल। वो भलिओ मानसो 5 प्यारे ने भी आख्या सीगा भी निरे उच्चे दमाले या गात्रे सजा के बंदा खालसा नहीं बनता। गुटका लैके जपजी साहब भी पढ़ो, जाप साहब का भी पाठ मूँह जबानी याद करो, कोई माड़ा फड़ो तो वाहिगुरू वाहिगुरू भी करो। पखंडी गुरुआं नूं आपां माड़ा तां बोलदे हां, पर उन्हां दे चेले चापटे आसन ला के वेखो माड़ा फेरदे। सानू चेता ही भुल गया भी उन्होंने मूल मंत्र ते वाहिगुरू मंत्र भी दृढ़ कराया सी। बा जिंदाबाद ते जिंदाबाद, जकारे ते जकारा। सतगुरु रहमत करे। असली चीज़ तो असीं भुल गए ते मर्यादा नूं मुख रख लिया भी बाणा है जी, आ ककारां दी मर्यादा वो तो सही है, ते पर नाल नाम जपण बारे भी महाराज ने आख्या है, बाणी पढ़न बारे भी आख्या। जिहदे नाल भगती करन तो मन निमरता चाहुंदा है। जे तुसीं अमृत वेले नहीं उठोगे, नितनेम नहीं करोगे, तुहानूं अपने आप ते गुस्सा चढ़ी जाऊ, दूजे ते तां आउणा ही आउणा। तो इसलिए जिहड़ा बंदगी नहीं करदा उहदे मन विच विकार हावी हो जाते हैं। सो वाहिगुरू की कृपा हासिल करने लई नाम जपना जरूरी है। पुराने युगां च भी जरूरी सीगा, मुक्ति उदों भी नाम नाल ही मिलदी। हुण तां बिल्कुल प्योर नाम जपण नाल ही मुक्ति होनी। ना कोई तप बंदा कर सकदा, चौंकड़ा नहीं मजदा। 2 मिनटां बाद सानूं लत्तां हिलाउणियां पैंदियां ने, की करिए? वो सूइयां जिहियां लड़न लग पैंदियां ते कीड़ियां चुभन लग पैंदियां ने, बड़ा औखा हो जांदा बहना, गट्टे घस जांदे ने, बड़ी मुश्किल है। गर्मी नहीं सारी जाती, ठंड नहीं सारी जाती, क्योंकि शरीरां दा बल घट गया, तुरिया नहीं जाता। हुण बंदा सेवा करे तो करे किवें? आ लॉकडाउन दे विच तां आपदी रोटी लई लाले पै गए, दूसरे नूं की भला लंगर छकाउणा है। पैसा ही नहीं है तो दान की करना? ना तो बल रहा तप करन लई ते ना ही साडे कोल पैसा रहा कि असीं दान कर सकीए। पहलां सोने की चिड़िया सीगी, हुण तां पंजाब ही लोग वेच के खा गए, लोहे की भी नहीं रहन दित्ती।
ਮਿੱਟੀ ਦੀ ਵੀ ਸੀ, ਉਹ ਮਿੱਟੀ ਵੀ ਹੁਣ ਵੇਚਣ ਦੇ ਤੁਲੇ ਹੋਏ ਨੇ ਵੀ ਇੱਥੇ ਕੱਖ ਰਹਿ ਨਾ ਜਾਏ। ਰੱਬ ਹੀ ਕਿਰਪਾ ਕਰੇ ਤਾਂ ਇਹਦਾ ਬਚਾਅ ਹੋ ਸਕਦਾ, ਨਹੀਂ ਤੇ ਪੰਜਾਬ ਦਾ ਕੋਈ ਰਾਖਾ ਨਹੀਂ ਸਿਵਾਏ ਗੁਰੂਆਂ ਤੋਂ। ਸਤਿਗੁਰ ਰਹਿਮਤ ਕਰਨ। ਤੋ ਇਸ ਲਈ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੋਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਇਹ ਚੌਂ ਯੁੱਗਾਂ ਦੀ ਮਰਜ਼ਾਦਾ ਗੁਰੂ ਜੀ ਨੇ ਦੱਸ ਕੇ ਤੇ ਨਾਮ ਦੀ ਵਡਿਆਈ ਕੀਤੀ ਹੈ। ਇਸ ਲਈ ਆਓ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਬਤ ਹੈ ਦਾਤਾ। ਹੋ ਦਇਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਮਾਇਆ ਮਮਤਾ ਛੋਡੀ ਨਾ ਜਾਈ, ਮਾਇਆ ਦੀ ਮਿਹਰ ਜੀਵਾਂ ਪਾਸੋਂ ਛੱਡੀ ਨਹੀਂ ਜਾਂਦੀ ਹੈ। ਸੇ ਛੋਟੇ ਸੱਚ ਕਾਰ ਕਮਾਈ, ਜੋ ਸੱਚੇ ਨਾਮ ਦੀ ਕਾਰ ਸੇਵਾ ਨੂੰ ਕਮਾਉਂਦੇ ਨੇ ਉਹੀ ਸਭ ਸਮਿਆਂ ਵਿੱਚ ਛੁੱਟਦੇ ਹਨ। ਪੈਸਾ ਹੀ ਭਗਵਾਨ ਨਹੀਂ ਹੈ, ਪੈਸੇ ਤੋਂ ਇਲਾਵਾ ਸੇਵਾ ਸਿਮਰਨ ਵੀ ਇੱਕ ਜ਼ਿੰਦਗੀ ਦਾ ਦੂਸਰਾ ਨਾਮ ਹੈ। ਐਨਸ ਭਗਤ ਰਤੇ ਵਿਚਾਰੀ, ਜਿਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ ਵਿੱਚ ਰੰਗੇ ਹੋਏ ਨੇ ਉਹਨਾਂ ਦੀ ਠਾਕਰ ਸਿਉ ਬਣ ਆਈ ਹੈ। ਸੋ ਜਿਹਦਾ ਕੱਕੇ ਤੋਂ ਬਗੈਰ ਹੋਵੇ ਉਹ ਠਾਕਰ ਹੁੰਦਾ ਪੱਥਰ ਵਾਲਾ। ਇਹ ਕੱਕੇ ਦੇ ਔਂਕੜ ਵਾਲਾ ਠਾਕੁਰ ਜਿਹੜਾ ਮਾਲਕ ਪ੍ਰਭੂ ਦੇ ਨਾਲ ਉਹਨਾਂ ਦੀ ਬਣ ਆਉਂਦੀ ਹੈ। ਇੱਕ ਜਪ ਤਪ ਕਰ ਕਰ ਤੀਰਥ ਨਾਵਹ, ਇੱਕ ਸਕਾਮੀ ਲੋਕ ਦੇਵਤਿਆਂ ਦੇ ਮੰਤਰਾਂ ਦਾ ਜਾਪ ਸਰੀਰ ਕਰਕੇ ਕਰਦੇ, ਭੁੱਖੇ ਧਿਆਏ ਰਹਿਣ ਰੂਪ ਤਪੱਸਿਆ ਆਦਿ ਕਰਕੇ ਤੀਰਥਾਂ ਆਦਿਕ ਉੱਪਰ ਨਾਵੇ ਇਸ਼ਨਾਨ ਕਰਦੇ ਹਨ। ਜਿਉ ਤੁਧ ਪਾਵੈ ਤਿਵੈ ਜਲਾਵਹ, ਹੇ ਪ੍ਰਮਾਤਮਾ ਜਿਵੇਂ ਤੈਨੂੰ ਭਾਉਂਦਾ ਤੂੰ ਉਵੇਂ ਹੀ ਉਹਨਾਂ ਨੂੰ ਚਲਾਉਣਾ ਕਰਦਾ ਹੈ। ਅੱਠ ਨਿਗ੍ਰਹਿ ਅਪਤੀਜ ਨ ਭੀਜੈ, ਜੇਦ ਅਤੇ ਇੰਦਰੀਆਂ ਨੂੰ ਰੋਕਣ ਨਾਲ ਜਾਂ ਹੱਠ ਕਰਕੇ ਇੰਦਰੀਆਂ ਨੂੰ ਰੋਕਣ ਨਾਲ ਮਨ ਪਤੀਜਨਾਂ ਤੋਂ ਰਹਿਤ ਹੀ ਰਹਿੰਦਾ ਹੈ, ਜੋ ਕਦੇ ਵੀ ਭੇਜਦਾ ਨਹੀਂ ਹੈ। ਪਰਮੇਸ਼ਰ ਕਦੇ ਵੀ ਉਹਨਾਂ ਉੱਪਰ ਪਤੀਜਦਾ ਨਹੀਂ। ਇਸ ਪ੍ਰਕਾਰ ਬਿਨ ਹਾਰ ਗੁਰ ਕਿਨ ਪਤ ਪਾਈ ਹੈ। ਹਰੀ ਪਰਮੇਸ਼ਰ ਤੇ ਗੁਰੂ ਤੋਂ ਬਿਨਾਂ ਜਾਂ ਪਰਮੇਸ਼ਰ ਸਰੂਪ ਗੁਰਾਂ ਤੋਂ ਬਿਨਾਂ ਕਿਸ ਨੇ ਚੌਹਾਂ ਯੁੱਗਾਂ ਵਿੱਚ ਇੱਜ਼ਤ ਪਾਈ ਹੈ? ਦੱਸੋ ਤਾਂ ਸਹੀ, ਉਹਦਾ ਨਾਮ ਦੱਸੋ। ਭਾਵ ਕਿਸੇ ਨੇ ਵੀ ਇੱਜ਼ਤ ਨਹੀਂ ਪਾਈ। ਕਲੀ ਕਾਲ ਮਹ ਇੱਕ ਕਾਲ ਰਾਖੀ, ਹੁਣ ਇਸ ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਨੇ ਧਰਮ ਰੂਪੀ ਧੌਲੇ ਦੀ ਇੱਕੋ ਹੀ ਦਾਨ ਰੂਪ ਸ਼ਕਤੀ ਰੱਖਣਾ ਕੀਤੀ ਹੈ। ਬਿਨ ਗੁਰ ਪੂਰੇ ਕਿਨ ਨ ਭਾਖੀ, ਪੂਰੇ ਗੁਰੂ ਤੋਂ ਬਿਨਾਂ ਇਹ ਸਿੱਖਿਆ ਕਿਸੇ ਨੇ ਵੀ ਉਚਾਰ ਨਹੀਂ ਕੀਤੇ। ਜਾਂ ਇਸੇ ਪ੍ਰਕਾਰ ਕਲੀ ਕਾਲ ਮਹ ਇੱਕ ਕਾਲ ਰਾਖੀ, ਕਲਯੁਗ ਦੇ ਸਮੇਂ ਵਿੱਚ ਇੱਕ ਪਰਮੇਸ਼ਰ ਨੇ ਇੱਕ ਪ੍ਰੇਮਾ ਭਗਤੀ ਵਿੱਚ ਸ਼ਕਤੀ ਰੱਖੀ ਹੋਈ ਹੈ। ਬਿਨ ਗੁਰ ਪੂਰੇ ਕਿਨ ਨ ਭਾਖੀ, ਜੋ ਵੀ ਭਗਤ ਭਗਤੀ ਕਰੇਗਾ ਉਸ ਨੂੰ ਧਰਮ ਦੇ ਪੈਰ ਪ੍ਰਾਪਤ ਹੋ ਜਾਣਗੇ। ਪਰੰਤੂ ਇਹ ਪ੍ਰੇਮਾ ਭਗਤੀ ਪੂਰਨ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਉਚਾਰਨ ਕਰਕੇ ਨਹੀਂ ਦੱਸੀ ਹੈ। ਸਾਰੇ ਆਪੋ ਆਪਣੀ ਡੁਗਡੁਗੀ ਵਜਾਉਂਦੇ ਹਨ। ਮਨ ਮੁਖ ਕੂੜ ਵਰਤੈ ਵਰਤਾਰਾ, ਮਨਮੁਖ ਪੁਰਸ਼ ਝੂਠ ਦੇ ਵਰਤਾਰੇ ਵਿੱਚ ਹੀ ਵਰਤਦੇ ਰਹਿੰਦੇ ਹਨ। ਜਿਹੜੇ ਮਨਮੁਖ ਨੇ ਉਹ ਕਾਂ ਦੀ ਤਰ੍ਹਾਂ ਨੇ, ਉਹਨਾਂ ਦਾ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਦਿਲ ਹੀ ਨਹੀਂ ਲੱਗਦਾ। ਮਨਮੁਖ ਬਗਲੇ ਦੀ ਤਰ੍ਹਾਂ ਨੇ, ਉਹ ਛੱਪੜ ਦੇ ਕਿਨਾਰਿਆਂ ਦੇ ਡੱਡੀਆਂ ਮੱਛੀਆਂ ਚੂੰਡਦੇ ਨੇ, ਭਾਵ ਪਖੰਡ ਕਰਦੇ ਹਨ। ਜਿਹੜੇ ਗੁਰਮੁਖ ਨੇ ਉਹ ਹੰਸਾਂ ਦੀ ਤਰ੍ਹਾਂ ਮਾਨ ਸਰੋਵਰ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ। ਉਹ ਨਾਮ ਦੇ ਹੀਰੇ ਤੇ ਸ਼ੁਭ ਗੁਣਾ ਰੂਪੀ ਮੋਤੀਆਂ ਦਾ ਚੋਗ ਚੁਗਦੇ ਹਨ। ਬਿਨ ਸਤਿਗੁਰ ਭਰਮ ਨ ਜਾਈ ਹੈ, ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕੀਤੀ ਤੋਂ ਬਿਨਾਂ
ਕਿਸੇ ਦਾ ਵੀ ਭਰਮ ਨਹੀਂ ਜਾਂਦਾ, ਨਿਵਰਤ ਨਹੀਂ ਹੁੰਦਾ ਹੈ। ਸਤਿਗੁਰ ਵੇ ਪਰਵਾਹੋ ਸਿਰੰਦਾ। ਸਤਿਗੁਰੂ ਸਾਹਿਬ ਜੀ ਬੇਮੁਥਾਜ ਨੇ ਅਤੇ ਜਗਤ ਜਾਂ ਦੇਵੀ ਗੁਣਾਂ ਨੂੰ ਸਿਰਜਣ ਵਾਲੇ ਹਨ। ਨਾ ਜਮ ਕਾਣ ਨਾ ਛੰਦਾ ਬੰਦਾ। ਸਤਿਗੁਰੂ ਜੀ ਨੂੰ ਨਾ ਹੀ ਜਮਾਂ ਦੀ ਕੋਈ ਕਾਣ ਕਨੌੜ ਅਤੇ ਨਾ ਹੀ ਕਿਸੇ ਨਾਲ ਵਲਛਲ ਕਰਦੇ ਨੇ, ਜਾਂ ਸਤਿਗੁਰਾਂ ਨੂੰ ਕਿਸੇ ਮਨਮੁਖ ਬੰਦੇ ਦੀ ਮੁਸ਼ੰਦਗੀ ਵੀ ਨਹੀਂ ਹੈ। ਜੋ ਤਿਸ ਸੇਵੇ ਸੋ ਅਬਨਾਸੀ। ਜਿਹੜਾ ਤਿਸ ਗੁਰੂ ਦੀ ਸੇਵਾ ਟਹਿਲ ਕਰਦਾ ਹੈ ਉਹ ਨਾਸ਼ ਤੋਂ ਰਹਿਤ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਨਾ ਤਿਸ ਕਾਲ ਸੰਤਾਈ ਹੈ। ਅਤੇ ਤਿਸ ਪੁਰਸ਼ ਨੂੰ ਜਮ ਕਾਲ ਵੀ ਸਤਾਉਂਦਾ ਨਹੀਂ ਹੈ। ਗੁਰ ਮਹਿ ਆਪ ਰਖਿਆ ਕਰ ਤਾਰੇ। ਸਤ ਚਿਤ ਆਨੰਦ ਅਤੇ ਰਚਨਹਾਰ ਪ੍ਰਭੂ ਨੇ ਆਪਣਾ ਗਿਆਨ ਸਰੂਪਾਨੰਦ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਵਿੱਚ ਰੱਖਣਾ ਕੀਤਾ ਹੈ। ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਲੇਹੇ। ਗੁਰਮੁਖ ਕੋਟ ਅਸੰਖ ਉਧਾਰੇ। ਮੁਖੀ ਗੁਰਾਂ ਨੇ ਗੁਰਮੁਖ ਬਣਾ ਕੇ ਬਾਣੀ ਪੜਾ ਕੇ ਸ਼ਬਦ ਦੀ ਕਥਾ ਸੁਣਾ ਕੇ ਕਰੋੜਾਂ ਅਤੇ ਅਣਗਿਣਤ ਜੀਵ ਹੀ ਸੰਸਾਰ ਸਮੁੰਦਰ ਤੋਂ ਪਹਿਲਾਂ ਤਾਰਨਾ ਕੀਤੇ ਨੇ, ਹੁਣ ਤਾਰ ਰਹੇ ਨੇ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਰਨਗੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਇੱਕ ਕਣੀ ਰੂਪ ਪ੍ਰਭੂ ਦਾ ਨਾਮ ਦੇ ਕੇ ਜਿਹੜੇ ਮੁਖੀ ਗੁਰੂ ਨੇ ਕਰੋੜਾਂ ਦਾ ਹੀ ਉਧਾਰ ਕਰ ਦਿੰਦੇ ਨੇ। ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਤੱਖ ਸਰਗੁਣ ਸਰੂਪ 'ਚ ਵੇਖੋ ਕਿੰਨੇ ਤਾਰੇ, 10 ਪਾਤਸ਼ਾਹੀਆਂ ਦਾ ਰੂਪ ਧਾਰ ਕੇ ਕਿੰਨਿਆਂ ਦਾ ਉਧਾਰ ਕੀਤਾ। ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਦੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੈ, ਕਿੰਨੇ ਬਾਣੀ ਪੜ੍ਹ ਕੇ ਮੁਕਤ ਹੋ ਗਏ। 48 ਸਿੰਘਾਂ ਨੂੰ ਮਹਾਰਾਜ ਨੇ ਕਥਾ ਸੁਣਾਈ ਦਮਦਮਾ ਸਾਹਿਬ, ਉਹ ਦਿਹਾੜਾ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ। ਅਤੇ ਜਦੋਂ ਮਹਾਰਾਜ ਨੇ ਕਥਾ ਸੰਪੂਰਨ ਕੀਤੀ, ਸੰਪੂਰਨਤਾ ਦਿਵਸ ਦਮਦਮਾ ਸਾਹਿਬ ਮਨਾਇਆ ਜਾ ਰਿਹਾ ਟਕਸਾਲ ਦੇ ਸਮੂਹ ਸਿੰਘਾਂ ਮਹਾਂਪੁਰਖਾਂ ਮੁਖੀਆਂ ਵੱਲੋਂ ਅਤੇ ਸਾਧ ਸੰਗਤ ਜੀਓ। ਉਹ 48 ਦੇ 48 ਮਹਾਰਾਜ ਨੇ ਮੁਕਤ ਕਰ ਦਿੱਤੇ। ਉਹਨਾਂ ਤੋਂ ਅੱਗੇ ਕਿੰਨੇ ਮੁਕਤ ਹੋਏ, ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਭਿਖੈ ਤਿਸ ਬਣ ਆਵੇ। ਇਉਂ ਬਾਣੀ ਦਾ ਇਹ ਪ੍ਰਤਾਪ ਹੈ। ਸਰਬ ਜੀਆਂ ਜਗ ਜੀਵਨ ਦਾਤਾ। ਇਹ ਜਿਹੜੀ ਬਾਣੀ ਹੈ, ਜਿਹੜਾ ਵੀ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿੰਦੇ ਨੇ ਕਿ ਲੋਕ ਜਾਣੈ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ। ਜਿਉਂ ਕਾਸੀ ਉਪਦੇਸ਼ ਹੋਏ ਮਾਨ ਸਮਰਥੀ ਬਾਰ। ਜਿਹੜਾ ਵੀ ਇਸ ਨੂੰ ਪੜ੍ਹਦਾ ਹੈ, ਇਹਨੂੰ ਸੁਣਦਾ ਹੈ, ਜੋ ਜੋ ਕਥੈ ਸੁਣੇ ਹਰ ਕੀਰਤਨ, ਤਾਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਇਹ ਬ੍ਰਹਮ ਦੀ ਵਿਚਾਰ ਹੈ। ਜਿਹੜਾ ਵੀ ਇਹਨੂੰ ਪੜ੍ਹਦਾ ਸੁਣਦਾ ਹੈ ਉਹਦੀ ਮੁਕਤੀ ਹੋ ਜਾਂਦੀ ਹੈ। ਸਤ ਚਿਤ ਆਨੰਦ ਸਰੂਪ ਗੁਰੂ ਸਾਹਿਬ ਜੀ ਹਨ। ਆਪਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਰੱਖੀ ਹੈ। ਸਾਰੇ ਜਗਤ ਦਾ ਜੀਵਨ ਰੂਪ ਤੇ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ। ਨਿਰਭਉ ਮੈਲ ਨ ਗਾਈ ਹੈ। ਗੁਰੂ ਜੀ ਭੈ ਤੋਂ ਰਹਿਤ ਸਰੂਪ ਨੇ ਤੇ ਮਹਾਰਾਜ ਵਿੱਚੋਂ ਮਲ ਵਿਖੇਪ ਅਵਰ ਨਾਦਕ ਦੀ ਕੋਈ ਵੀ ਮਲੀਨਤਾਈ ਨਹੀਂ ਹੈ। ਸਗਲੇ ਜਾਚਾਂ ਗੁਰ ਭੰਡਾਰੀ। ਗੁਰੂ ਜੀ ਗਿਆਨ ਧਿਆਨ ਮੁਕਤੀ ਆਦਿਕ ਦੇ ਖਜ਼ਾਨਚੀ ਰੂਪ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਦੇ ਖਜ਼ਾਨੇ ਵਿੱਚੋਂ 52 ਕਵੀਆਂ ਨੂੰ ਮਾਲਾ ਮਾਲ ਕਰਿਆ ਕਰਦੇ ਅਤੇ ਉਹ ਅਮੀਰ ਬਣ ਕੇ ਆਪਣੇ ਘਰਾਂ ਨੂੰ ਜਾਂਦੇ। ਇੱਕ ਹੰਸ ਰਾਮ ਕਵੀ ਕਟੋਚ ਦਾ ਰਹਿਣ ਵਾਲਾ 18,000 ਚਾਂਦੀ ਦੇ ਰਜਤ ਭਨ ਮੋਹਰਾਂ ਰੁਪਈਏ ਗੁਰੂ ਸਾਹਿਬ ਨੇ ਉਹਨੂੰ ਬਖਸ਼ਿਸ਼ ਕੀਤੇ। ਨਾਲ ਹਾਥੀ ਤੇ ਪਾਲਕੀ ਤੇ ਬਿਠਾ ਕੇ ਨਾਲ ਸਿਪਾਹੀ ਗੁਰਸਿੱਖ ਦਿੱਤੇ ਵੀ ਜਾਓ ਇਹਨੂੰ ਇਹਦੇ ਘਰ ਛੱਡ ਕੇ ਆਓ। ਕਿਰਪਾਲ ਕਟੋਚੀਆ ਰਾਹ ਦੇ ਵਿੱਚ ਪੁੱਛਦਾ ਵੀ ਆਪ ਕਿਸੇ ਦੇਸ਼ ਦੇ ਰਾਜੇ ਹੋ ਜੀ?
ਉਹ ਵਿਚਾਰਾ ਰੋਣ ਹੀ ਲੱਗ ਪਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੇ ਮੈਨੂੰ ਕੋਈ ਪੁੱਛਦਾ ਨਹੀਂ ਸੀ, ਵੇਖੋ ਉਸ ਦੇਸ਼ ਦਾ ਰਾਜਾ ਮੈਨੂੰ ਰਾਜਾ ਕਹਿ ਰਿਹਾ। ਕਹਿੰਦੇ ਮੈਂ ਤਾਂ ਗੁਰੂ ਦਰਬਾਰ ਦਾ ਭਾਈ ਇੱਕ ਸੇਵਕ ਹਾਂ, ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ ਹੈ। ਤੇ ਹੁਣ ਮਹਾਰਾਜ ਨਾਮ ਦਾ ਖਜ਼ਾਨਾ ਉਦੋਂ ਵੀ ਬੇਅੰਤ ਬਖਸ਼ਿਸ਼ਾਂ ਕਰਦੀ, ਅੰਤਰੀ ਵੀ ਤੇ ਪ੍ਰਤੱਖ ਵੀ। ਇਉਂ ਸ਼ੁਭ ਗੁਣਾਂ ਦੇ ਖਜ਼ਾਨੇ ਵਰਤਾਈ ਜਾ ਰਹੇ ਨੇ। ਇਹ ਭੰਡਾਰੀ ਨੇ ਰੱਬ ਦੇ, ਖਜ਼ਾਨਾ ਪਰਮਾਤਮਾ ਦਾ ਹੈ, ਤੇ ਗੁਰੂ ਸਾਹਿਬ ਦੋਵਾਂ ਹੱਥਾਂ ਨਾਲ ਆਪਦੇ ਗੁਰਸਿੱਖਾਂ ਨੂੰ ਸੱਤ ਦਿੰਦੇ ਨੇ, ਸੰਦੋਖ ਦਿੰਦੇ ਨੇ, ਧੀਰਜ, ਦਇਆ, ਧਰਮ, ਵਿਚਾਰ ਅਤੇ ਅੰਤਰੀਬ ਗੁਣ ਦੇ ਨਾਲ ਨਾਲ ਖੁੱਲ੍ਹੇ ਗੱਫੇ ਵੀ। ਮਹਾਰਾਜ ਮਾਇਆ ਦੇ ਵੀ, ਪਦਾਰਥਾਂ ਦੇ ਵੀ, ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈ। ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵੱਧੋ ਜਾਈ, ਵਰਤਾਈ ਜਾ ਰਹੇ ਹਨ। ਆਪ ਨਿਰੰਜਨ ਲਖ ਅਪਾਰੀ, ਲਖਣ ਤੋਂ ਰਹਿਤ, ਪਾਰਾਂਵਾਰ ਤੋਂ ਰਹਿਤ, ਸ਼ੁੱਧ ਸਰੂਪ ਪਰਮਾਤਮਾ ਆਪ ਹੀ ਗੁਰੂ ਰੂਪ ਧਾਰਨ ਕਰਦਾ ਹੈ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਦਸਾਂ ਸਰੂਪਾਂ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਰੂਪ ਹੋਏ ਹਨ। ਨਾਨਕ ਸਾਚ ਕਹੈ ਪ੍ਰਭ ਜਾਚੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਹੀ ਨਿਰੰਕਾਰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਸੱਚ ਕਥਨ ਕਰਦੇ ਹੋਏ ਪਰਮੇਸ਼ਰ ਦੇ ਪਾਸੋਂ ਇਹੀ ਦਾਤ ਮੰਗਦੇ ਹਾਂ ਕਿ ਇਹ ਰੱਬ ਸੱਚਿਆ, ਤੇਰਾ ਦਿੱਤਾ ਸਾਡੇ ਕੋਲ ਹੋਰ ਤਾਂ ਸਭ ਕੁਛ ਹੈ। ਮੈਂ ਦੀਜਾ ਸਾਚ ਰਜਾਈ ਹੈ। ਇਹ ਆਗਿਆ ਕਰਨ ਵਾਲੇ ਪਰਮਾਤਮਾ, ਇੱਕ ਮੇਰੇ ਪਾਸ ਤੇਰਾ ਨਾਮ ਨਹੀਂ ਹੈ। ਥੋੜਾ ਕੁ ਚਿਰ ਰਾਖੀਦਾ, ਮੁੜ ਕੇ ਫਿਰ ਭੁੱਲ ਭੱਲ ਜਾਂਦਾ। ਕਿਸੇ ਦਾ ਫੋਨ ਆ ਗਿਆ, ਜਾਂ ਨੀਂਦ ਆ ਗਈ, ਜਾਂ ਭੁੱਖ ਲੱਗ ਗਈ, ਤੇ ਜਾਂ ਕੁਛ ਹੋਰ ਹੀ ਹੋ ਗਿਆ, ਮੁੜ ਕੇ ਫਿਰ ਚੇਤਾ ਭੁੱਲ ਜਾਂਦਾ। ਥੋੜਾ ਕੁ ਪਾਠ ਕਰੀਦਾ, ਮੁੜ ਕੇ ਫਿਰ ਤੇ ਚੇਤਾ ਹੀ ਨਹੀਂ ਰਹਿੰਦਾ। ਮਹਾਰਾਜ ਕਿਰਪਾ ਕਰ, ਸਾਨੂੰ ਆਪਣਾ ਸੱਚਾ ਨਾਮ ਬਖਸ਼ ਦੇ ਕਰ, ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਉ, ਸਤਿਗੁਰ ਪਾਈ ਪੈ। ਇਹ ਸਤਿਗੁਰੂ ਤੇਰੇ ਗੁਰਦੁਆਰੇ ਦੇ ਅੰਦਰ ਤੇਰੇ ਚਰਨੀ ਅਸੀਂ ਪਏ ਰਹੀਏ, ਇੱਥੇ ਡਿੱਗੇ ਰਹੀਏ, ਤੇ ਇੱਥੇ ਹੀ ਸਾਨੂੰ ਬਾਣੀ ਦੇ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕਰ। ਕਿਉਂਕਿ ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲਕਾਲ। ਇਹ ਕਲਯੁਗ ਦਾ ਸਮਾਂ ਸੰਗਤ ਕਰਨ ਦਾ ਤੇ ਨਾਮ ਜਪਣ ਦਾ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਸਗਲੇ ਜਾਚੈ ਗੁਰ ਭੰਡਾਰੀ, ਆਪ ਨਿਰੰਜਨ ਲਖ ਅਪਾਰੀ। ਨਾਨਕ ਸਾਚ ਕਹੈ ਪ੍ਰਭ ਜਾਚੈ, ਮੈਂ ਦੀਜੈ ਸਾਚ ਰਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ